सत श्री अकाल जी सारिਆਂ ਨੂੰ विद्यार्थियों ਅੱਜ ਅਸੀਂ क्लास 10वीं ਦਾ ਪਹਿਲਾ ਅਧਿਆਇ ਦੇ MCQs ਜਿਹੜੇ ਹੈਗੇ ਉਹ ਹੱਲ ਕਰਾਂਗੇ। ਇਹ ਸਾਡਾ ਪਾਰਟ 2 ਹੈ। ਕੁਝ ਇੱਕ ਕੁਐਸਚਨਸ ਅਸੀਂ ਪਹਿਲੇ ਪਾਰਟ ਦੇ ਵਿੱਚ ਕਵਰ ਕੀਤੇ ਸਨ, ਬਾਕੀ ਦੇ ਕੁਐਸਚਨ ਅਸੀਂ ਅੱਜ ਦੇ ਪਾਰਟ ਵਿੱਚ ਕਵਰ ਕਰਾਂਗੇ। ਆਓ ਵਿਦਿਆਰਥੀਓ ਸ਼ੁਰੂ ਕਰਦੇ ਹਾਂ ਆਪਣੇ ਪਹਿਲੇ ਪ੍ਰਸ਼ਨ ਵੱਲ। Which of the following rational number has terminating decimal? ਹੇਠ ਲਿਖੀਆਂ ਪਰਮੇਯ ਸੰਖਿਆਵਾਂ ਵਿੱਚੋਂ किस ਦਾ ਦਸ਼ਮਲਵ ਰੂਪ ਸ਼ਾਂਤ ਹੈ? ਵਿਦਿਆਰਥੀਓ ਅਸੀਂ ਜਾਣਦੇ ਹਾਂ ਕਿ ਸ਼ਾਂਤ ਦਸ਼ਮਲਵ ਜਾਂ ਟਰਮੀਨੇਟਿੰਗ ਡੈਸੀਮਲ ਉਸ ਨੂੰ ਕਿਹਾ ਜਾਂਦਾ ਹੈ ਜੋ ਡੈਸੀਮਲ ਜੋ ਹੈ ਉਹ ਕਿਸੇ ਨਾ ਕਿਸੇ ਅੰਕ ਤੇ ਆ ਕੇ ਖਤਮ ਹੋ ਜਾਂਦਾ ਹੈ। ਭਾਵ ਜਿਵੇਂ 1/2 ਨੂੰ ਅਸੀਂ 1/2 ਨੂੰ ਅਸੀਂ ਕੀ ਲਿਖਦੇ ਹਾਂ 0.5 ਜੋ ਹੈ ਉਹ ਲਿਖਦੇ ਹਾਂ। ਅਸੀਂ ਇਹ ਵੀ ਜਾਣਦੇ ਹਾਂ ਕਿ ਟਰਮੀਨੇਟਿੰਗ ਡੈਸੀਮਲ ਕਦੋਂ ਹੁੰਦਾ ਹੈ? ਜਦੋਂ ਵੀ ਕਿਸੇ ਵੀ ਫ੍ਰੈਕਸ਼ਨ ਦੇ ਜੋ ਹਰ ਹੈ ਜੇਕਰ ਉਸਦੇ ਗੁਣਨਖੰਡ ਵਿੱਚ 2 ਅਤੇ 5 ਹੁੰਦੇ ਹਨ, ਸਿਰਫ 2 ਅਤੇ 5 ਹੁੰਦੇ ਹਨ, ਤਾਂ ਉਹ ਜਿਹੜਾ ਹੈ ਫ੍ਰੈਕਸ਼ਨ ਜਿਹੜੀ ਉਹ ਹੁੰਦੀ ਹੈ, ਜਿਹੜਾ ਉਹ ਆਪਣੇ ਕੋਲ 16/125 ਹੈ ਇਹ ਦਿੱਤਾ ਗਿਆ ਹੈ। ਜਿਹੜੀ ਇਹ ਫ੍ਰੈਕਸ਼ਨ ਹੈ ਇਹ ਟਰਮੀਨੇਟ ਕਰੇਗੀ, ਸ਼ਾਂਤ ਰੂਪ ਦੇ ਵਿੱਚ ਰਹੇਗੀ ਜਾਂ ਫਿਰ ਨॉन ਰੀਅਕਰਿੰਗ ਕਰੇਗੀ। ਠੀਕ ਹੈ ਜੀ, ਇਹ ਡਿਸਾਈਡ ਕਰਦਾ ਹੈ ਇਸ ਦਾ ਹਰ। ਜੇਕਰ ਇਸ ਦੇ ਹਰ ਦੇ ਗੁਣਨਖੰਡ 2 ਅਤੇ 5 ਦੇ ਵਿੱਚ ਹੋਣ ਤਾਂ ਜੋ ਹੈ ਉਹ ਸ਼ਾਂਤ ਹੋਏਗਾ। ਜੇ 2 ਅਤੇ 5 ਤੋਂ ਇਲਾਵਾ ਕੋਈ ਹੋਰ ਨੰਬਰ ਹੋਵੇ, ਜਿਵੇਂ ਕਿ 3 ਹੋ ਜਾਵੇ, 7 ਹੋ ਜਾਵੇ, ਠੀਕ ਹੈ ਜੀ, 11 ਹੋ ਜਾਵੇ, ਕੋਈ ਹੋਰ ਅੰਕ ਜਿਹੜਾ ਹੈ ਉਹ ਇਸ ਦੇ ਹਰ ਦੇ ਵਿੱਚ ਇਸ ਦੇ ਗੁਣਨਖੰਡ ਵਿੱਚ ਆ ਜਾਂਦਾ ਹੈ ਤਾਂ ਉਹ ਸ਼ਾਂਤ ਨਹੀਂ ਰਹੇਗਾ, ਉਹ ਰੀਅਕਰ ਕਰੇਗਾ। ਠੀਕ ਹੈ, ਅਸੀਂ ਜਾਣਦੇ ਹਾਂ ਪਹਿਲੇ ਸਵਾਲ ਦੇ ਵਿੱਚ ਹੈ 125 ਹੈ 5 5 5 25 5 125 ਸਾਰੇ 5 ਦੇ 5 ਹਨ। ਇਸ ਦਾ ਅਰਥ ਹੈ ਕਿ ਇਹ ਤਾਂ ਜੋ ਹੈ ਉਹ ਟਰਮੀਨੇਟ ਕਰੇਗਾ। ਦੂਸਰੇ ਦੇ ਵਿੱਚ ਹੈ 18 ਬਣਦਾ ਹੈ 2 3 ਦੂਣੀ 6 ਛੇਤੀ 18। ਇਸ ਵਿੱਚ 3 ਆ ਗਿਆ ਹੈ, ਇਸ ਦਾ ਮਤਲਬ ਇਹ ਰੀਅਕਰ ਜੋ ਟਰਮੀਨੇਟ ਨਹੀਂ ਕਰੇਗਾ। 7 30 21 ਇਹ ਵੀ ਟਰਮੀਨੇਟ ਨਹੀਂ ਕਰੇਗਾ। ਇਸ ਦੇ ਵਿੱਚ ਆਇਆ ਹੈ 125। ਅਸੀਂ ਜਾਣਦੇ ਹਾਂ 125 ਯਾਨੀ ਕਿ 5 ਗੁਣਾ ਗਿਆ 5 ਗੁਣਾ 5 ਗੁਣਾ 2, ਠੀਕ ਹੈ ਜੀ, 125 ਦੂਣੀ 250। ਇਸ ਦਾ ਮਤਲਬ ਇਹਦੇ ਵਿੱਚ ਤੇ ਇਹਦੇ ਵਿੱਚ ਜੋ ਹੈ ਉਹ ਸਿਰਫ 2 ਤੇ 5 ਹਨ, ਇਸ ਲਈ 1 ਨੰਬਰ ਤੇ 4 ਨੰਬਰ ਜੋ ਹੈ ਉਹ ਕੀ ਹੋਏਗਾ? ਸ਼ਾਂਤ ਰੂਪ ਹੋਏਗਾ। ਸਾਡੀ ਆਪਸ਼ਨਸ ਸੀਗੀਆਂ 1 ਅਤੇ 3, 2 ਅਤੇ 3, 1 ਅਤੇ 3 ਤੇ 1 ਅਤੇ 4। ਆਪਣੇ ਕੋਲ 1 ਅਤੇ 4 ਜੋ ਹੈ ਉਹ ਸਹੀ ਆਪਸ਼ਨ ਹੈ। ਸੋ ਭਾਵ ਡੀ ਆਪਸ਼ਨ ਜਿਹੜੀ ਹੈਗੀ ਆ ਉਹ ਸਾਡੀ ਬਿਲਕੁਲ ਸਹੀ ਜੋ ਹੈ ਉਹ ਮੰਨੀ ਜਾਏਗੀ। ਠੀਕ ਹੈ ਵਿਦਿਆਰਥੀਓ, ਆਓ ਅਸੀਂ ਚਲੀਏ ਅਸੀਂ ਆਪਣੇ ਅਗਲੇ ਪ੍ਰਸ਼ਨ ਦੇ ਵੱਲ। ਸਾਡਾ ਅਗਲਾ ਪ੍ਰਸ਼ਨ ਹੈ ਵਿਦਿਆਰਥੀਓ, ਵਰਗਮੂਲ 4 1। ਵਰਗਮੂਲ ਜੋ 4 ਹੈ ਉਹ ਇੱਕ ਇੰਟੀਜ਼ਰ ਹੈ यानी कि संपूर्ण संख्या है, एक रैशनल नंबर है यानी कि परमेय संख्या है, एक नेचुरल नंबर यानी कि प्राकृतिक संख्या है, या ऑल ऑफ द अबव उपरोक्त सारे हैं। ਅਸੀਂ ਜਾਣਦੇ ਹਾਂ ਵਰਗਮੂਲ 4 ਜੋ ਹੈ ਉਹ 2 ਦੇ ਬਰਾਬਰ ਹੁੰਦਾ ਹੈ। ਠੀਕ ਹੈ ਜੀ, ਤੇ 2 ਇੰਟੀਜ਼ਰ ਵੀ ਹੈ, ਬਿਲਕੁਲ ਸਹੀ ਹੈ। ਇਹ ਇੱਕ ਰੈਸ਼ਨਲ ਨੰਬਰ ਵੀ ਹੈ, ਇਹ ਵੀ ਸਹੀ ਗੱਲ ਹੈ। ਇਹ ਇੱਕ ਨੈਚੁਰਲ ਨੰਬਰ ਵੀ ਹੈ, ਇਹ ਵੀ ਸਹੀ ਹੈ। ਇਸ ਦਾ ਅਰਥ ਹੈ ਸਾਡਾ ਜੋ ਉੱਤਰ ਹੈ ਉਹ ਕੀ ਹੈ? ਉਪਰੋਕਤ ਸਾਰੇ। ਠੀਕ ਹੈ, ਆਓ ਵਿਦਿਆਰਥੀਓ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਦੇ ਵੱਲ। ਸਾਡਾ ਅਗਲਾ ਪ੍ਰਸ਼ਨ ਹੈ the smallest number by which under root 27 should be multiplied so as to get a rational number। ਭਾਵ ਉਹ ਛੋਟੀ ਤੋਂ ਛੋਟੀ ਸੰਖਿਆ ਜਿਸ ਨੂੰ ਵਰਗਮੂਲ 27 ਨਾਲ ਗੁਣਾ ਕਰਨ ਤੇ ਇੱਕ ਪਰਮੇਯ ਸੰਖਿਆ ਬਣ ਜਾਂਦੀ ਹੈ। ਇਹ ਇੱਕ ਪਰਮੇਯ ਸੰਖਿਆ ਬਣ ਜਾਂਦੀ ਹੈ। ਯਾਨੀ ਕਿ ਦੇਖੋ ਅਸੀਂ ਇਹ ਤਾਂ ਜਾਣਦੇ ਹਾਂ ਵਰਗਮੂਲ ਜਿਹੜਾ 27 ਹੈ ਉਹ ਇੱਕ ਅਪਰਿਮੇਯ ਸੰਖਿਆ ਹੈ। ਕਿਉਂ ਹੈ? ਕਿਉਂਕਿ ਵਰਗਮੂਲ ਦੇ ਵਿੱਚ ਦੇਖੋ ਆਪਾਂ 27 ਦੇ ਗੁਣਨਖੰਡ ਬਣਾ ਕੇ ਦੇਖਦੇ ਹਾਂ। ਸਾਡੇ ਕੋਲ ਬਣਦੇ ਹਨ 3 ਤੀਏ 9 ਤੀਏ 27। ਠੀਕ ਹੈ ਜੀ, ਜੇ ਅਸੀਂ ਇਸ ਨੂੰ ਬਾਹਰ ਕੱਢੀਏ ਇਹ ਬਣੇਗਾ ਸਾਡੇ ਕੋਲ 3 ਵਰਗਮੂਲ 3। ਠੀਕ ਹੈ ਜੀ, ਹੁਣ ਇਸ ਸੰਖਿਆ ਨੂੰ ਛੋਟੀ ਤੋਂ ਛੋਟੀ ਸੰਖਿਆ ਦੇਖਣੀ ਹੈ ਵਿਦਿਆਰਥੀਓ। ਅਸੀਂ ਛੋਟੀ ਤੋਂ ਛੋਟੀ ਸੰਖਿਆ ਦੇ ਨਾਲ ਕੀ ਹੈ? ਜੇਕਰ ਇੱਥੇ ਇੱਕ ਹੋਰ 3 ਲੱਗ ਜਾਵੇ, ਠੀਕ ਹੈ ਜੀ, ਇੱਕ ਹੋਰ 3 ਲੱਗ ਜਾਵੇ ਤਾਂ ਸਾਡਾ ਉੱਤਰ ਆ ਜਾਏਗਾ। ਭਾਵ ਕਈ ਬੱਚੇ ਸੋਚਣਗੇ ਜੀ ਡੀ ਆਏਗਾ ਜੀ, ਸਿਰਫ ਇੱਕ 3 ਚਾਹੀਦਾ ਜਿਹਨੂੰ 3 ਨਾਲ ਮਲਟੀਪਲਾਈ ਕਰ ਦੋ। ਨਹੀਂ, ਗਲਤ ਹੈ। ਕਿਉਂ? ਕਿਉਂਕਿ ਜੇਕਰ ਤੁਸੀਂ ਵਰਗਮੂਲ 27 ਨੂੰ 3 ਨਾਲ ਗੁਣਾ ਕਰੋਗੇ ਤਾਂ ਇਹ ਬਣ ਜਾਏਗਾ 3 ਵਰਗਮੂਲ 27। ਇਹ ਆਪਣੇ ਆਪ ਦੇ ਵਿੱਚ ਫਿਰ ਇੱਕ ਅਪਰਿਮੇਯ ਸੰਖਿਆ ਹੈ, ਪਰਿਮੇਯ ਸੰਖਿਆ ਨਹੀਂ ਬਣੇਗੀ। ਸੋ ਇਹ ਗਲਤ ਹੈ। ਸਾਡੇ ਕੋਲ ਉੱਤਰ ਆਏਗਾ ਸੀ ਵਰਗਮੂਲ 3। ਕਿਉਂਕਿ ਜਦੋਂ ਅੰਡਰ ਰੂਟ 27 ਨੂੰ ਵਰਗਮੂਲ 3 ਦੇ ਨਾਲ ਗੁਣਾ ਕੀਤਾ ਜਾਏਗਾ, ਠੀਕ ਹੈ ਜੀ, ਤਾਂ ਸਾਡੇ ਕੋਲ ਵਰਗਮੂਲ 81 ਤੇ ਇਹ ਕੀ ਆ ਜਾਏਗਾ ਜੀ 9। ਸੋ ਇਸ ਦਾ ਅਰਥ ਹੈ ਜੋ ਸਾਡੇ ਕੋਲ ਸੀ ਪਾर्ट वर्गमूल 3 जो है वो साडा सही जवाब है। आओ विद्यार्थियों चलते हैं अपने अगले प्रश्न दे वल। अगला प्रश्न है
if n is any natural number then 6 raised to power n minus 5 raised to power n always ends with ਭਾਵ ਜੇਕਰ n ਕੋਈ ਪ੍ਰਾਕ੍ਰਿਤਿਕ ਸੰਖਿਆ ਹੋਵੇ ਤਾਂ 6 ਦੀ ਘਾਤ n ਮਾਈਨਸ 5 ਦੀ ਘਾਤ n ਹਮੇਸ਼ਾ ਇੱਕ ਅੰਕ ਨਾਲ ਕਿਸ ਅੰਕ ਨਾਲ ਖਤਮ ਹੋਵੇਗੀ। ਠੀਕ ਹੈ ਜੀ, ਦੇਖੋ ਇਸ ਦਾ ਅਰਥ ਇਹ ਹੈ ਵਿਦਿਆਰਥੀਓ, ਜੇਕਰ n ਦੀ ਕੀਮਤ ਅਸੀਂ 1 ਭਰਦੇ ਹਾਂ, n ਦੀ ਕੀਮਤ ਅਸੀਂ 2 ਭਰਦੇ ਹਾਂ, 3 ਭਰਦੇ ਹਾਂ, ਤੇ ਅਸੀਂ ਜੋ ਹੈ ਉਹਦਾ ਜੋ ਮੰਨ ਲਓ 1 ਭਰਿਆ ਤੇ ਕੀ ਆ ਗਿਆ 6 ਦੀ ਘਾਤ 1 ਮਾਈਨਸ 5 ਦੀ ਘਾਤ 1, ਇਹ ਆ ਗਿਆ ਜੀ 6 ਮਾਈਨਸ 5 ਬਰਾਬਰ 1, ਉੱਤਰ ਆ ਗਿਆ 1। ਹੁਣ 2 ਕਰਕੇ ਦੇਖ ਲਓ ਜੀ। ਠੀਕ ਹੈ ਜੀ, ਹੁਣ ਇਹਦੇ ਵਿੱਚ ਜਦੋਂ ਵੀ ਤੁਸੀਂ ਇਹ ਚੀਜ਼ ਕਰਾਂਗੇ ਤਾਂ ਉਹਦੇ ਵਿੱਚ ਅਸੀਂ ਇਹ ਦੇਖਣਾ ਚਾਹੁੰਦੇ, ਜਿੱਦਾਂ ਮੰਨ ਲਓ ਅਗਲਾ ਕਰਕੇ ਦੇਖਦੇ ਹਾਂ ਜੀ। 2 ਕਿਤਾ ਤਾਂ 6 6 36 ਮਾਈਨਸ 5 5 25, ਇਹਦੇ ਵਿੱਚ ਕਿੰਨਾ ਆ ਗਿਆ ਵਿਦਿਆਰਥੀਓ 11। ਅਸੀਂ ਇਹ ਨਹੀਂ ਦੇਖਣਾ ਕਿ ਉਹ ਨੰਬਰ ਕੀ ਬਣਿਆ, ਅਸੀਂ ਇਹ ਦੇਖਣਾ ਕਿ ਉਹ ਨੰਬਰ ਖਤਮ ਕਿੱਥੇ ਹੁੰਦਾ ਹੈ। ਠੀਕ ਹੈ ਜੀ, ਜੇ ਤਾਂ ਆਪਾਂ ਉਦਾਹਰਨ ਲੈ ਕੇ ਕਰੀਏ ਤਾਂ ਮੇਰੇ ਕੋਲ ਇੱਥੇ ਵੀ 1 ਆਇਆ, ਇੱਥੇ ਵੀ 1 ਆਇਆ, ਇਹਦਾ ਮਤਲਬ 1 3 5 7 ਦੇ ਵਿੱਚ ਜੋ ਮੇਰਾ 1 ਜੋ ਹੈ ਮੇਰਾ ਉਹ ਆਨਸਰ ਆ ਗਿਆ ਹੈ। ਲੇਕਿਨ ਵਿਦਿਆਰਥੀਓ ਇਹ ਤਾਂ ਹੋਇਆ ਕਿ ਅਸੀਂ ਆਪਸ਼ਨ ਬਾਈ ਆਪਸ਼ਨ ਇਹਨੂੰ ਕਰ ਲਿਆ ਕਿ 1 ਸੀਗਾ 3 ਸੀ 5 ਸੀ 7 ਸੀ, ਤਾਂ ਮੇਰੇ ਕੋਲ 1 ਆ ਗਿਆ, ਮੈਂ 1 ਭਰ ਕੇ ਦੇਖਿਆ, 2 ਭਰ ਕੇ ਦੇਖਿਆ, 3 ਭਰ ਕੇ ਦੇਖਿਆ। ਜੇ ਕਿਤੇ ਗਲਤ ਹੋ ਜਾਂਦਾ ਤਾਂ ਉਸ ਚੀਜ਼ ਨੇ ਤਾਂ ਉਹਦਾ ਬਣਨਾ ਹੀ ਨਹੀਂ ਸੀ। ਠੀਕ ਹੈ ਜੀ, ਹੁਣ ਇਹ ਸਹੀ ਹੋ ਗਿਆ, 1 ਆ ਰਿਹਾ ਹੈ ਹਰ ਵਾਰ, ਤਾਂ ਮੇਰੇ ਕੋਲ ਆਨਸਰ 1 ਆ ਗਿਆ। ਲੇਕਿਨ ਇਹ ਆਇਆ ਕਿਉਂ ਹੈ ਇਹ ਵੀ ਆਪਾਂ ਚਰਚਾ ਕਰਦੇ ਹਾਂ ਵਿਦਿਆਰਥੀਓ। ਜਿਹੜਾ 6 ਦੀ ਘਾਤ n ਹੈ, 6 ਦੀ ਘਾਤ n ਹਮੇਸ਼ਾ 6 ਦੇ ਨਾਲ ਖਤਮ ਹੋਏਗਾ। ਦੇਖੋ ਤੁਸੀਂ ਕਰਕੇ ਦੇਖ ਲਓ, 6 × 6 6 ਛਿਕਾ 36, ਪਹਿਲੀ 6 ਆ ਗਈ, ਦੂਸਰੀ 36 ਆ ਗਈ, 6 ਛਿਕਾ 36 ਛਿਕਾ 216। ਇਸੇ ਤਰੀਕੇ ਨਾਲ ਤੁਸੀਂ ਦੇਖੋਗੇ ਤਾਂ ਹਰ ਵਾਰ ਇਹਦੇ ਐਂਡ ਦੇ ਵਿੱਚ ਜੋ ਹੈ ਉਹ 6 ਹੀ ਆਏਗਾ। ਇਸੇ ਤਰੀਕੇ ਨਾਲ ਜਦੋਂ 5 ਦੀ ਘਾਤ n ਹੁੰਦੀ ਹੈ ਇਹ ਵੀ ਹਮੇਸ਼ਾ 5 ਦੇ ਨਾਲ ਹੀ ਖਤਮ ਹੁੰਦਾ ਹੈ। ਦੇਖੋ 5 × 5 5 5 25, ਦੇਖੋ 25 5 125। ਠੀਕ ਹੈ ਜੀ, ਅਤੇ ਇਸੇ ਤਰੀਕੇ ਨਾਲ ਤੁਸੀਂ ਅੱਗੇ ਅੱਗੇ ਕਰੀ ਚਲੋ ਤੇ ਇਹ ਹਮੇਸ਼ਾ 5 ਦੇ ਨਾਲ ਹੀ ਖਤਮ ਹੋਏਗਾ। ਇਸ ਦਾ ਅਰਥ ਹੈ ਜੇਕਰ ਆਪਾਂ 6 ਦੇ ਵਿੱਚੋਂ 5 ਘਟਾ ਦਈਏ ਤਾਂ ਸਾਡੇ ਕੋਲ ਉੱਤਰ ਕਿੰਨਾ ਆ ਜਾਏਗਾ 1 ਆ ਜਾਏਗਾ। ਇਸ ਲਈ ਜੋ ਹੈ ਇਸ ਦਾ ਜਵਾਬ ਜੋ ਹੈ ਉਹ ਕੀ ਹੋਏਗਾ ਵਿਦਿਆਰਥੀਓ 1 ਹੋਏਗਾ, ਯਾਨੀ ਕਿ ਇਹ ਆਪਸ਼ਨ ਜਿਹੜੀ ਹੈਗੀ ਉਹ ਸਾਡੀ ਬਿਲਕੁਲ ਸਹੀ ਹੈ। ਆਓ ਵਿਦਿਆਰਥੀਓ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਦੇ ਵੱਲ। ਸਾਡਾ ਅਗਲਾ ਪ੍ਰਸ਼ਨ ਹੈ the LCM and HCF of two rational numbers are equal then the numbers must be। ਠੀਕ ਹੈ, ਭਾਵ ਦੋ ਸੰਖਿਆਵਾਂ ਦਾ ਲਾਸਾਵਾ ਅਤੇ ਮਾਸਾਵਾ ਬਰਾਬਰ ਹੈ ਤਾਂ ਉਹ ਸੰਖਿਆਵਾਂ ਕੀ ਹੋਣਗੀਆਂ? ਉਹ ਸੰਖਿਆਵਾਂ ਉਹ ਕਹਿੰਦਾ ਪ੍ਰਾਈਮ ਅਭਾਜ ਹੋ ਸਕਦੀਆਂ ਹਨ, ਕੋ ਪ੍ਰਾਈਮ ਸਹਿ ਅਭਾਜ ਹੋ ਸਕਦੀਆਂ ਹਨ, ਕੰਪੋਜਿਟ ਭਾਜ ਹੋ ਸਕਦੀਆਂ ਹਨ ਜਾਂ ਫਿਰ ਇਕੁਅਲ ਬਰਾਬਰ ਹੋ ਸਕਦੀਆਂ ਹਨ। ਠੀਕ ਹੈ ਵਿਦਿਆਰਥੀਓ, ਚਲੋ ਅਸੀਂ ਇਸ ਵਿੱਚ ਦੇਖਦੇ ਹਾਂ, ਫਿਰ ਇੱਕ ਵਾਰੀ ਇਸ ਦੀ ਚਰਚਾ ਕਰਦੇ ਹਾਂ ਕਿ LCM ਤੇ HCF ਦੋਨੋਂ ਬਰਾਬਰ ਹਨ। ਠੀਕ ਹੈ ਜੀ, ਤਾਂ ਸੰਖਿਆਵਾਂ ਕੀ ਹੋਣਗੀਆਂ ਵਿਦਿਆਰਥੀਓ? ਇਸ ਕੇਸ ਦੇ ਵਿੱਚ ਇਕੁਅਲ ਜਿਹੜਾ ਤੁਹਾਡਾ ਜਵਾਬ ਆਏਗਾ ਉਹ ਕਿਉਂ ਆਏਗਾ? ਮੰਨ ਲਓ ਦੋਵੇਂ ਸੰਖਿਆਵਾਂ ਜਿਹੜੀਆਂ ਹੈਗੀਆਂ ਨੇ ਉਹ 25 25 ਹਨ ਮੰਨ ਲਓ। ਠੀਕ ਹੈ ਜੀ, ਹੁਣ 25 ਤੇ 25 ਇਹ ਦੋ ਸੰਖਿਆਵਾਂ ਦਾ LCM ਕਹਿੰਦਾ ਲੀਸਟ ਕਾਮਨ ਮਲਟੀਪਲ। ਠੀਕ ਹੈ ਜੀ, ਉਹਦੇ ਵਿੱਚ ਅਸੀਂ ਕੀ ਕਰਨੇ ਆ ਕਿ ਆਪਾਂ ਇਹਨੂੰ ਕੀ ਲਿਖਿਆ, ਇਹ 5 ਦੀ ਘਾਤ 2 ਆ ਗਈ, ਦੂਜੀ ਵੀ ਕੀ ਆ ਗਈ 5 ਦੀ ਘਾਤ 2। ਆਪਾਂ ਕਹਿੰਦੇ ਰਾਈਟ ਐਵਰੀਥਿੰਗ ਵਿਦਆਊਟ ਰੈਪੀਟੀਸ਼ਨ ਵਿਦ ਮੈਕਸਿਮਮ ਪਾਵਰ। ਇਹਦਾ ਮਤਲਬ 5 ਹੀ ਆਏਗਾ ਤੇ ਵੱਧ ਤੋਂ ਵੱਧ ਪਾਵਰ ਕਿੰਨੀ ਆ ਇੰਨੀ, ਤੇ 5 5 25 ਬਣ ਗਿਆ। ਦੂਸਰੀ ਵਾਰੀ ਆਪਾਂ HCF ਕਰਾਂਗੇ ਤਾਂ ਅਸੀਂ ਦੇਖਦੇ ਹਾਂ 25 ਤੇ 25 ਦੇ ਵਿੱਚ ਸਾਂਝਾ ਕੀ ਹੈ 25 ਹੈ। ਇਸ ਦਾ ਅਰਥ ਹੈ ਜੇਕਰ ਦੋ ਸੰਖਿਆਵਾਂ ਆਪਸ ਦੇ ਵਿੱਚ ਬਰਾਬਰ ਹੋਣਗੀਆਂ ਤਾਂ ਉਹਨਾਂ ਦਾ LCM ਤੇ ਉਹਨਾਂ ਦਾ HCF ਵੀ ਹਮੇਸ਼ਾ ਆਪਸ ਦੇ ਵਿੱਚ ਬਰਾਬਰ ਹੀ ਹੋਏਗਾ। ਇਸ ਲਈ ਸਾਡਾ ਜੋ ਜਵਾਬ ਹੈ ਉਹ D ਆਪਸ਼ਨ ਆਏਗਾ ਸਾਡਾ ਜਵਾਬ, ਤੇ D ਆਪਸ਼ਨ ਦੇ ਵਿੱਚ ਪੰਜਵੇਂ ਸਵਾਲ ਦਾ D ਆਪਸ਼ਨ ਸਾਡਾ ਜਵਾਬ ਆ ਗਿਆ। ਆਓ ਵਿਦਿਆਰਥੀਓ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਵੱਲ। For some integer m every even integer is of the form, ਕਿਸ ਫਾਰਮ ਦੇ ਵਿੱਚ ਹੋਏਗਾ? ਭਾਵ ਕਿਸੇ ਸੰਪੂਰਨ ਸੰਖਿਆ m ਲਈ ਹਰੇਕ ਧਨਾਤਮਕ ਸੰਖਿਆ ਦਾ ਰੂਪ ਕੀ ਹੋਵੇਗਾ? ਦੇਖੋ ਤੁਹਾਡੇ ਕੋਲ ਇੱਕ ਆਪਾਂ ਇਹ ਕਹਿ ਦਿੰਦੇ ਕਿ ਕਿਸੇ ਵੀ ਧਨਾਤਮਕ ਸੰਖਿਆ ਜਾਂ ਕਿਸੇ ਵੀ ਇਵਨ ਨੰਬਰ ਨੂੰ ਜੇਕਰ ਅਸੀਂ ਜਰਨਲ ਫਾਰਮ ਦੇ ਵਿੱਚ ਲਿਖਣਾ ਹੋਵੇ ਤਾਂ ਉਹ ਕੀ ਲਿਖ ਸਕਦੇ ਹਾਂ? ਕੀ ਆਪਾਂ ਉਹਨੂੰ ਇਕੱਲਾ m ਲਿਖ ਸਕਦੇ ਹਾਂ? ਨਹੀਂ, ਕਿਉਂਕਿ ਮੰਨ ਲਓ m ਦੀ ਕੀਮਤ ਜੇ ਮੰਨ ਲਓ 1 ਹੋ ਗਈ, ਉਹ ਤਾਂ ਆਪਾਂ ਕੀ ਕਹਿੰਦੇ ਆ, ਆਪਾਂ ਉਹਨੂੰ ਇਵਨ ਕਿੱਦਾਂ ਕਹਿ ਸਕਦੇ ਹਾਂ ਨਾ, ਉਹਨੂੰ ਜਿਸਤ ਕਿੱਦਾਂ ਕਹਿ ਸਕਦੇ ਹਾਂ। ਠੀਕ ਹੈ ਜੀ, ਇੱਥੇ ਹਰੇਕ ਧਨਾਤਮਕ ਜਿਸਤ ਸੰਖਿਆ ਆਏਗਾ, ਜਿਸਤ ਸੰਖਿਆ ਦਾ ਰੂਪ ਹੋਏਗੀ। ਠੀਕ ਹੈ ਜੀ, ਹੁਣ ਜੇ ਜਿਸਤ ਸੰਖਿਆ ਆਪਾਂ ਨੂੰ ਚਾਹੀਦੀ ਹੈ, ਇਵਨ ਨੰਬਰ ਚਾਹੀਦਾ ਹੈ, ਜੇ ਆਪਾਂ 1 ਪਾਤਾ 3 ਪਾਤਾ ਇਹ ਤਾਂ ਔਡ ਹੋ ਗਏ, ਇਹ ਤਾਂ ਟਾਂਕ ਸੰਖਿਆ ਹੋ ਗਈ, ਇਹਦਾ ਮਤਲਬ ਇਹ ਗਲਤ ਹੋ ਗਿਆ। ਠੀਕ ਹੈ ਜੀ, ਦੂਸਰੇ ਵਿੱਚ m ਜਮਾ 1 ਹੈ, ਜੇਕਰ m ਦੀ ਕੀਮਤ ਮੈਂ 2 ਭਰ ਦਵਾਂ ਤੇ 2 ਜਮਾ 1 ਬਰਾਬਰ ਕਿੰਨਾ ਹੋ ਗਿਆ 3, ਇਹ ਵੀ ਗਲਤ ਹੋ ਗਿਆ ਕਿਉਂਕਿ 3 ਤਾਂ ਟਾਂਕ ਸੰਖਿਆ ਹੈ। ਫਿਰ ਮੈਂ ਭਰਦਾ 2m। ਦੇਖੋ ਜਦੋਂ ਵੀ ਤੁਸੀਂ ਕਿਸੇ ਵੀ ਨੰਬਰ ਨੂੰ 2 ਨਾਲ ਗੁਣਾ ਕਰ ਲਓ, 1 ਨੂੰ 2 ਨਾਲ ਗੁਣਾ ਕੀਤਾ 2 ਏਕਮ 2, 3 ਨੂੰ 2 ਨਾਲ ਗੁਣਾ ਕਰੋ 3 ਦੂਣੀ 6, 7 ਨੂੰ 2 ਨਾਲ ਗੁਣਾ ਕਰੋਗੇ 7 ਦੂਣੀ 14। ਭਾਵ ਤੁਸੀਂ ਕਿਸੇ ਵੀ ਨੰਬਰ ਨੂੰ ਜੇਕਰ 2 ਨਾਲ ਗੁਣਾ ਕਰੋਗੇ ਤਾਂ ਉਹ ਹਮੇਸ਼ਾ ਸਾਡੇ ਕੋਲ ਇਵਨ ਨੰਬਰ ਹੀ ਰਹੇਗਾ, ਜਿਸ ਸੰਖਿਆ ਹੀ ਰਹੇਗੀ। ਇਸ ਦਾ ਅਰਥ ਹੈ ਸਾਡੇ ਕੋਲ 2m C ਜਿਹੜੀ ਹੈਗੀ 2m ਜਿਹੜਾ ਹੈਗਾ ਉਹ ਸਾਡਾ ਬਿਲਕੁਲ ਸਹੀ ਜਵਾਬ ਹੈ।
ਜੇ 2m ਜਮਾ 1 ਕਰੀਏ, ਦੇਖੋ ਇਹ ਤਾਂ ਜਿਸਤ ਹੋ ਗਈ, ਜਿਸਤ ਦੇ ਵਿੱਚ 1 ਜੋੜਾਂਗੇ ਤਾਂ ਟਾਂਕ ਹੋ ਜਾਏਗੀ। ਠੀਕ ਹੈ ਜੀ। ਸੋ ਇਹ ਸਾਡਾ ਜਵਾਬ ਕੀ ਹੈ? ਜਿਸਤ ਸੰਖਿਆ ਦੇ ਲਈ ਸਾਡਾ ਜਵਾਬ ਸੀ ਹੈ। ਆਓ ਵਿਦਿਆਰਥੀਓ ਚੱਲਦੇ ਹਾਂ 7ਵੇਂ ਪ੍ਰਸ਼ਨ ਵੱਲ। 7ਵਾਂ ਪ੍ਰਸ਼ਨ ਸੇਮ ਇਹੀ ਪ੍ਰਸ਼ਨ ਹੈ। ਇਸ ਦੇ ਵਿੱਚ ਉਸਨੇ ਕਿਹਾ ਐਵਰੀ ਇਵਨ ਇੰਟੀਜ਼ਰ, ਉਹਦੇ ਵਿੱਚ ਉਹ ਕਹਿ ਰਿਹਾ ਫॉर ਐਵਰੀ ऑड ਇੰਟੀਜ਼ਰ, ਯਾਨੀ ਕਿ ਟਾਂਕ ਸੰਖਿਆ ਦੇ ਲਈ ਜਿਹੜੀ ਹੈਗੀ ਹੈ m ਦੀ ਕੀਮਤ ਕੀ ਹੋਣੀ ਚਾਹੀਦੀ ਹੈ? m ਹੋਣੀ ਚਾਹੀਦੀ। ਦੇਖੋ ਆਪਾਂ ਫਿਰ ਇਹੀ ਗੱਲ ਕਰਦੇ ਹਾਂ, ਟਾਂਕ ਸੰਖਿਆ ਦੇਖੀ, ਜੇਕਰ m ਦੀ ਕੀਮਤ 2 ਹੋ ਗਈ, 4 ਹੋ ਗਈ ਤਾਂ ਟਾਂਕ ਰਹੀ ਨਹੀਂ, ਇਹ ਗਲਤ ਹੈ। ਉਹ ਕਹਿੰਦਾ m ਜਮਾ 1, ਜੇਕਰ m ਦੀ ਕੀਮਤ ਆਪਾਂ 3 ਲੈ ਲਈਏ ਤਾਂ 3 ਜਮਾ 1 ਬਰਾਬਰ ਕਿੰਨਾ ਹੋ ਜਾਏਗਾ? 4। ਠੀਕ ਹੈ ਜੀ, ਉਹ ਤਾਂ ਇਵਨ ਹੋ ਗਈ, ਇਹ ਵੀ ਗਲਤ ਹੈ। 2m ਲੈ ਲਈਏ, ਆਪਾਂ ਤਾਂ 2m ਤੋਂ ਉੱਪਰ ਹੀ ਕਰ ਚੁੱਕੇ ਹੋਏ ਆ ਕਿ 2m ਜਿਹੜਾ ਹੈਗਾ ਉਹ ਤਾਂ ਕੀ ਹੁੰਦੀ ਹੈ? ਜਿਸਤ ਸੰਖਿਆ ਹੁੰਦੀ, ਇਸ ਕਰਕੇ ਇਹ ਵੀ ਨਹੀਂ ਹੋਏਗਾ। ਔਰ ਬਾਈ ਆਪਸ਼ਨ ਦੇਖੀਏ ਤਾਂ ਆਨਸਰ ਜਿਹੜਾ ਸਾਡਾ ਬਿਲਕੁਲ ਸਹੀ ਹੈ। ਤੇ ਜੇ ਆਪਾਂ ਵੈਸੇ ਚੈੱਕ ਕਰਨਾ ਹੋਵੇ, ਦੇਖੋ 2m ਕੀ ਹੁੰਦਾ? ਹਮੇਸ਼ਾ ਇੱਕ ਜਿਸਤ ਸੰਖਿਆ ਹੁੰਦੀ ਹੈ। ਜਦੋਂ ਵੀ ਤੁਸੀਂ ਕਿਸੇ ਵੀ ਜਿਸਤ ਸੰਖਿਆ ਦੇ ਵਿੱਚ 1 ਜੋੜ ਦੋਗੇ ਤਾਂ ਤੁਹਾਡੇ ਕੋਲ ਕਿਹੜੀ ਸੰਖਿਆ ਆ ਜਾਂਦੀ ਹੈ? ਟਾਂਕ ਸੰਖਿਆ ਆ ਜਾਂਦੀ ਹੈ। ਇਸ ਦਾ ਅਰਥ ਹੈ 7ਵੇਂ ਸਵਾਲ ਦਾ ਜਵਾਬ ਸਾਡਾ ਆਪਸ਼ਨ ਕੀ ਹੈ? ਡੀ ਹੈ। ਆਓ ਵਿਦਿਆਰਥੀਓ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਦੇ ਵੱਲ। ਸਾਡਾ ਅਗਲਾ ਪ੍ਰਸ਼ਨ ਹੈ ਵਿਦਿਆਰਥੀਓ, n² - 1 is divisible by 8 if n is, ਭਾਵ n² - 1 8 ਨਾਲ ਭਾਗ ਹੁੰਦਾ ਹੈ ਜੇਕਰ n ਕੀ ਹੋਵੇ? ਉਹ ਕਹਿੰਦਾ n ਇੰਟੀਜ਼ਰ ਯਾਨੀ ਕਿ ਸੰਪੂਰਨ ਸੰਖਿਆ ਹੋਵੇ, ਨੈਚੁਰਲ ਨੰਬਰ ਯਾਨੀ ਕਿ ਪ੍ਰਾਕ੍ਰਿਤਿਕ ਸੰਖਿਆ ਹੋਵੇ, n ऑड ਇੰਟੀਜ਼ਰ ਯਾਨੀ ਕਿ ਟਾਂਕ ਸੰਪੂਰਨ ਸੰਖਿਆ ਹੋਵੇ, n ਇਵਨ ਇੰਟੀਜ਼ਰ ਯਾਨੀ ਕਿ ਜਿਸਤ ਸੰਪੂਰਨ ਸੰਖਿਆ ਹੋਵੇ। ਠੀਕ ਹੈ। ਅੱਛਾ ਵਿਦਿਆਰਥੀਓ, ਇਸ ਸਵਾਲ ਨੂੰ ਵੀ ਬੜੇ ਧਿਆਨ ਨਾਲ ਦੇਖਣ ਦੀ ਲੋੜ ਹੈ। ਜੇਕਰ ਅਸੀਂ ਬਾਈ ਆਪਸ਼ਨ ਚਲੀਏ, ਸਾਡੇ ਕੋਲ ਪਹਿਲੋ ਹੈ ਇੰਟੀਜ਼ਰ ਸੰਪੂਰਨ ਸੰਖਿਆ। ਦੇਖੋ ਸੰਪੂਰਨ ਸੰਖਿਆ ਦੀ ਗੱਲ ਕਰਦੇ, ਪਹਿਲੀ ਚੀਜ਼ ਇਹ ਹੈ ਕਿ ਜੇਕਰ ਕੋਈ ਸੰਖਿਆ 8 ਦੇ ਨਾਲ ਭਾਗ ਹੋ ਰਹੀ ਹੈ ਤਾਂ ਇਸ ਦਾ ਮਤਲਬ ਉਹ ਸੰਖਿਆ ਕੀ ਹੋਏਗੀ? ਉਹ ਇਵਨ ਹੋਣੀ ਚਾਹੀਦੀ ਹੈ। ਇਵਨ ਦਾ ਭਾਵ ਕੀ ਹੈ? ਉਹ ਜਿਸਤ ਹੋਣੀ ਚਾਹੀਦੀ। ਇਸ ਦਾ ਅਰਥ ਇਹ ਹੈ ਕਿ ਜਿਹੜੀ ਇਹਨਾਂ ਦੇ ਵਿੱਚੋਂ ਜਿਹੜੀ ਚੀਜ਼ ਸਾਨੂੰ n ਦੀ ਘਾਤ 2 - 1 ਨੂੰ ਜਿਸਤ ਬਣਾ ਦਿੰਦੀ ਹੈ, ਉਹ ਜਿਹੜੀ ਹੈਗੀ 8 ਦੇ ਨਾਲ ਡਿਵੀਜ਼ਿਬਿਲਟੀ ਉਹਦੀ ਬਣ ਸਕਦੀ ਹੈ। ਠੀਕ ਹੈ ਜੀ। ਪਹਿਲੀ ਗੱਲ n ਇੰਟੀਜ਼ਰ ਗਿਆ, ਜਦੋਂ n ਇੰਟੀਜ਼ਰ कहता ਉਹ ਤਾਂ ਦੇਖੋ ਇੱਥੇ ਮੰਨ ਲਓ 2 ਲੈ ਲੈਣੇ, 2 ਦੂਣੀ 4 2 ਦੂਣੀ 4, 4 ਵਿੱਚੋਂ 1 ਘਟਾਇਆ 3, ਹਨਾ, ਇਹ ਤਾਂ ਔਡ ਆ ਗਿਆ। ਮੈਂ ਦੇਖੋ ਇਹ ਸਿਰਫ ਉਦਾਹਰਨ ਵਜੋਂ ਕਹਿ ਰਿਹਾ ਕਿ ਮੈਂ ਕੀ ਬਣਾਉਣਾ ਹੈ? ਜਿਸਤ ਬਣਾਉਣਾ ਹੈ। ਠੀਕ ਹੈ ਜੀ। 8 ਨਾਲ ਤਦੀ ਭਾਗ ਹੋਏਗੀ ਜੇਕਰ ਉਹ ਇਵਨ ਯਾਨੀ ਕਿ ਜਿਸਤ ਹੋਏਗੀ। ਇਹਦਾ ਮਤਲਬ ਇਹ ਤਾਂ ਔਡ ਵਾਲਾ ਤਾਂ ਗੱਲ ਗਲਤ ਹੈ। ਜੇ n ਇੰਟੀਜ਼ਰ ਸੰਪੂਰਨ ਸੰਖਿਆ ਗਲਤ ਹੈ ਤਾਂ ਨੈਚੁਰਲ ਨੰਬਰ ਵੀ ਗਲਤ ਹੈ, ਕਿਉਂਕਿ ਨੈਚੁਰਲ ਨੰਬਰ ਦੇ ਵਿੱਚ ਵੀ ਜਦ ਤੱਕ ਇਹ ਨਹੀਂ ਕਿਹਾ ਜਾਂਦਾ ਕਿ ਉਹ ਕਿਹੜੇ ਨੈਚੁਰਲ ਨੰਬਰ ਨੇ, ਟਾਂਕ ਨੇ, ਪ੍ਰਾਕ੍ਰਿਤਿਕ ਸੰਖਿਆਵਾਂ ਨੇ ਕਿ ਜਿਸਤ ਪ੍ਰਾਕ੍ਰਿਤਿਕ ਸੰਖਿਆਵਾਂ ਨੇ, ਤਦ ਤੱਕ ਅਸੀਂ ਇਹਦੇ ਬਾਰੇ ਕੁਝ ਨਹੀਂ ਦੱਸ ਸਕਦੇ। ਇਹਦਾ ਮਤਲਬ ਇਹ ਵੀ ਗਲਤ ਹੈ। ਅਗਲਾ ਹੈ ਔਡ ਇੰਟੀਜ਼ਰ। ਠੀਕ ਹੈ ਜੀ। ਹੁਣ ਔਡ ਇੰਟੀਜ਼ਰ ਦਾ ਕੀ ਕਹਿ ਰਿਹਾ? ਉਹ ਮੰਨ ਲਓ ਜੇ ਕੋਈ ਔਡ ਇੰਟੀਜ਼ਰ 9 ਹੈ, 9 ਦੇ ਵਿੱਚੋਂ 1 ਘਟਾਤਾ ਤਾਂ ਕੀ ਬਣ ਜਾਏਗਾ? ਇਵਨ। ਮੈਂ ਇੱਥੇ ਸੰਖਿਆ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਸਿਰਫ ਇਵਨ ਤੇ ਔਡ ਦੀ ਗੱਲ ਕਰ ਰਿਹਾ। ਇਸ ਦਾ ਅਰਥ ਹੈ ਜਦੋਂ ਵੀ ਇੱਕ ਔਡ ਇੰਟੀਜ਼ਰ ਹੋਏਗਾ, n ਦੀ ਘਾਤ ਔਡ ਹੋਏਗੀ ਤਾਂ ਉਹ ਸਾਨੂੰ ਚਾਹੀਦੀ ਹੈ। ਲੇਕਿਨ ਇਸ ਕੇਸ ਦੇ ਵਿੱਚ n ਦੀ ਘਾਤ ਕੀ ਹੈ? ਮੰਨ ਲਓ ਇਹ 3 9, 9 ਦੇ ਵਿੱਚੋਂ 1 ਘਟਾਤਾ ਕੀ ਬਣ ਗਿਆ? ਇਵਨ। ਇਹਦਾ ਮਤਲਬ ਇਹ ਚੀਜ਼ ਗੱਲ ਬਣ ਗਈ। ਹੁਣ ਇਵਨ ਦੀ ਗੱਲ ਕਰੀਏ, ਮੰਨ ਲਓ ਇਹ 2 ਹੁੰਦੀ ਆ, ਆਪਾਂ ਕਹਿੰਦਾ 2 ਦੂਣੀ 4, 4 ਵਿੱਚ 1 ਘਟਾਇਆ ਤਾਂ ਇਹ ਟਾਂਕ ਸੰਖਿਆ ਬਣ ਜਾਂਦੀ ਹੈ। ਠੀਕ ਹੈ ਜੀ। ਇਹਦਾ ਮਤਲਬ ਜਦੋਂ ਤੁਸੀਂ ਜਿਸਤ ਸੰਖਿਆ ਲੈਂਦੇ ਹੋ, ਠੀਕ ਹੈ ਜੀ, ਉਸ ਟਾਈਮ n ਦੀ ਘਾਤ 2 - 1 ਟਾਂਕ ਸੰਖਿਆ ਬਣ ਜਾਂਦੀ ਹੈ। ਪਰ ਸਾਨੂੰ ਜਿਹੜਾ ਹੈ ਉਹ 8 ਦੇ ਨਾਲ ਕੀ ਚਾਹੀਦੀ ਹੈ? ਜਿਸਤ ਸੰਖਿਆ ਚਾਹੀਦੀ ਹੈ। ਤੇ ਜੇਕਰ ਆਪਾਂ ਇਹ ਇੱਕ n ਨੂੰ ਜਿਹੜਾ ਹੈ ਇੱਕ ਔਡ ਇੰਟੀਜ਼ਰ ਲੈਂਦੇ ਹਾਂ ਤਾਂ ਸਾਡੇ ਕੋਲ ਜਿਹੜਾ n² - 1 ਕੀ ਬਣ ਜਾਂਦਾ ਹੈ? ਇੱਕ ਟਾਂਕ ਸੰਖਿਆ ਬਣ ਜਾਂਦੀ ਹੈ। ਇੱਕ ਕੀ ਬਣ ਜਾਂਦੀ ਹੈ? ਇੱਕ ਜਿਸਤ ਸੰਖਿਆ ਬਣ ਜਾਂਦੀ ਹੈ। ਸੋ 8ਵੇਂ ਸਵਾਲ ਦਾ ਜਿਹੜਾ n² - 1 is divisible by 8 if n is an odd integer ਜਿਹੜਾ ਹੈਗਾ ਉਹਦਾ ਜਵਾਬ ਆਏਗਾ। ਮੇਰਾ ਖਿਆਲ ਹੈ ਤੁਸੀਂ ਇਸ ਚੀਜ਼ ਨੂੰ ਸਮਝੇ ਹੋਵੋਗੇ। n odd integer ਕਿਉਂ ਆਏਗਾ? ਕਿਉਂਕਿ ਜਦੋਂ ਵੀ ਇੱਕ odd integer ਲਵਾਂਗੇ ਤਾਂ n² - 1 ਜੋ ਹੈ ਉਹ ਇਵਨ ਬਣ ਜਾਏਗਾ। ਠੀਕ ਹੈ। ਜੇ ਉਹ ਇਵਨ ਬਣੇਗਾ ਤਦ ਹੀ ਉਹ 8 ਦੇ ਨਾਲ ਡਿਵਾਈਡ ਕਰੇਗਾ, ਅਦਰਵਾਈਜ਼ ਨਹੀਂ ਕਰੇਗਾ। ਆਓ ਵਿਦਿਆਰਥੀਓ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਦੇ ਵੱਲ। ਸਾਡਾ ਅਗਲਾ ਪ੍ਰਸ਼ਨ ਹੈ ਵਿਦਿਆਰਥੀਓ, the least number that is divisible by all the natural numbers from 1 to 10, ਉਹ ਛੋਟੀ ਤੋਂ ਛੋਟੀ ਸੰਖਿਆ ਜੋ 1 ਤੋਂ 10 ਤੱਕ ਸਾਰੀਆਂ ਪ੍ਰਾਕ੍ਰਿਤਿਕ ਸੰਖਿਆ ਨਾਲ ਭਾਗ ਹੁੰਦੀ ਹੈ, ਉਹ ਸੰਖਿਆ ਪਤਾ ਕਰੋ। ਵਿਦਿਆਰਥੀਓ ਜਦੋਂ ਵੀ ਅਸੀਂ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਹੈਗੀ ਉਹ ਪਤਾ ਕਰਦੇ ਹਾਂ, ਠੀਕ ਹੈ ਜੀ, ਭਾਗ ਕਰਨ ਲਈ, ਤਾਂ ਅਸੀਂ ਕੀ ਕਰਦੇ ਹਾਂ? ਉਹਨਾਂ ਦਾ LCM ਲੀਸਟ ਕਾਮਨ ਮਲਟੀਪਲ ਕੱਢ ਲੈਂਦੇ ਹਾਂ। ਜੇਕਰ ਅਸੀਂ 1 ਤੋਂ ਲੈ ਕੇ 10 ਤੱਕ 1 2 3 4 5 6 7 8 9 ਅਤੇ 10 ਇਹਨਾਂ ਸਾਰਿਆਂ ਦਾ LCM ਕੱਢੀਏ ਤਾਂ ਸਾਡੇ ਕੋਲ ਆਂਦਾ ਹੈ ਵਿਦਿਆਰਥੀਓ 2520। ਇਸ ਦਾ ਅਰਥ ਇਹ ਹੈ 2520 ਅਜਿਹੀ ਸੰਖਿਆ ਹੈ ਜੋ 1 ਤੋਂ ਲੈ ਕੇ 10 ਤੱਕ ਦੀਆਂ ਸਾਰੀਆਂ ਸੰਖਿਆਵਾਂ ਦੇ ਨਾਲ ਭਾਗ ਹੋਵੇਗੀ। ਸੋ 9ਵੇਂ ਸਵਾਲ ਦਾ ਜਵਾਬ ਸਾਡਾ ਕੀ ਆਏਗਾ? D 2520। ਆਓ ਵਿਦਿਆਰਥੀਓ ਚਲੀਏ ਆਪਣੇ ਆਖਰੀ ਪ੍ਰਸ਼ਨ ਵੱਲ। ਅੱਜ ਦੇ 10ਵਾਂ ਪ੍ਰਸ਼ਨ ਹੈ, which of the following number is a prime number? ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਜੋ ਹੈ ਉਹ ਅਭਾਜ ਸੰਖਿਆ ਹੈ?
ਪਹਿਲੇ ਨੰਬਰ ਦੇ ਵਿੱਚ ਹੈ 105। ਅਸੀਂ ਜਾਣਦੇ ਹਾਂ 105 ਜੋ ਹੈ ਉਹ 3 ਦੇ ਨਾਲ ਵੀ ਭਾਗ ਹੁੰਦਾ ਹੈ। ਠੀਕ ਹੈ ਜੀ, 3 ਦੇ ਨਾਲ ਭਾਗ ਹੋ ਰਿਹਾ। 109 ਦੇ ਬਾਰੇ ਹਲੇ ਆਪਾਂ ਗੱਲ ਨਹੀਂ ਕਰਦੇ। 117 ਦੇ ਬਾਰੇ ਆਪਾਂ ਜਾਣਦੇ ਹਾਂ 117 ਜੋ ਹੈ ਉਹ 9 ਦੇ ਨਾਲ ਭਾਗ ਹੋ ਰਿਹਾ ਹੈ। 119 ਜੋ ਹੈ ਉਹ 7 ਦੇ ਨਾਲ ਭਾਗ ਹੋ ਰਿਹਾ ਹੈ। ਲੇਕਿਨ 109 ਜੋ ਹੈ ਉਹ ਕਿਸੇ ਵੀ ਸੰਖਿਆ ਦੇ ਨਾਲ ਭਾਗ ਨਹੀਂ ਹੋ ਰਿਹਾ। ਜੇਕਰ ਉਹ ਭਾਗ ਨਹੀਂ ਹੋ ਰਿਹਾ ਇਸ ਦਾ ਮਤਲਬ 109 ਦੇ ਕੇਵਲ 2 ਗੁਣਨਖੰਡ ਹਨ, ਉਹ ਹਨ 109 ਅਤੇ 1। ਜੇਕਰ ਕਿਸੇ ਸੰਖਿਆ ਦੇ ਕੇਵਲ 2 ਹੀ ਗੁਣਨਖੰਡ ਹੋਣ, 1 ਅਤੇ ਉਹ ਸੰਖਿਆ ਆਪ, ਤੇ ਉਸ ਸੰਖਿਆ ਨੂੰ ਅਸੀਂ ਕੀ ਕਹਿੰਦੇ ਹਾਂ? ਪ੍ਰਾਈਮ ਨੰਬਰ, ਯਾਨੀ ਕਿ ਅਭਾਜ ਸੰਖਿਆ। ਸੋ 10ਵੇਂ ਸਵਾਲ ਦਾ ਸਾਡਾ ਜਵਾਬ ਹੈ ਵਿਦਿਆਰਥੀਓ 109, ਯਾਨੀ ਕਿ ਭਾਗ B। ਮੈਂ ਉਮੀਦ ਕਰਦਾ ਹਾਂ ਵਿਦਿਆਰਥੀਓ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਹੋਵੇਗਾ ਤੇ ਤੁਸੀਂ ਇਸ ਨੂੰ ਪੂਰੇ ਮਨ ਦੇ ਨਾਲ ਸੁਣਿਆ ਹੋਵੇਗਾ ਤੇ ਸਮਝਿਆ ਹੋਵੇਗਾ। ਧੰਨਵਾਦ ਵਿਦਿਆਰਥੀਓ।